ABC बुलेटिन ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਅੱਜ ਦੇ ਖਾਸ ਇਸ ਬੁਲੇਟਿਨ ਦੇ ਵਿੱਚ ਅੱਜ ਦੀਆਂ ਸਰਗਰਮੀਆਂ, ਅੱਜ ਦੀਆਂ ਮੁੱਖ ਖਬਰਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਤੜਕਸਾਰ ਇੱਕ ਮੰਦਭਾਗੀ ਖਬਰ ਜਿਹੜੀ ਦਸਤਕ ਦਿੰਦੀ ਹੈ ਉਸ ਦੇ ਬਾਰੇ ਕੀ ਕੁਝ ਤਾਜ਼ਾ ਅਪਡੇਟ ਹੈ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਕੀ ਕੁਝ ਵਾਪਰਦਾ ਰਿਹਾ। ਦਰਅਸਲ ਇੱਕ ਬੰਦ ਪਏ ਕੋਲਡ ਸਟੋਰ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ, ਜਿਸ ਬਾਰੇ ਜ਼ਿਲ੍ਹਾ ਲੁਧਿਆਣਾ ਦੇ ਡੀਸੀ ਸੁਰਭੀ ਮਲਿਕ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। 11 ਲੋਕਾਂ ਦੀ ਉਸ ਵਿੱਚ ਮੌਤ ਹੋ ਗਈ, ਜਿਸ ਦੇ ਵਿੱਚ 10 ਮੌਤਾਂ ਨੇ ਜਿਹੜੀਆਂ ਉਹ 3 ਪਰਿਵਾਰਾਂ ਦੀਆਂ ਹੀ ਹੋ ਗਈਆਂ, ਜਿਸ ਦੇ ਵਿੱਚ ਘਰੋਂ ਘਰੀ ਦੇ ਜੀ ਨੇ ਜਿਹੜੇ 3, 4 ਜਾਂ 5 ਜੀਆਂ ਦੀ ਮੌਤ ਹੋ ਜਾਂਦੀ ਹੈ, ਜਿਸ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ, ਜਿਸ ਦੀ ਉਮਰ 10 ਸਾਲ ਤੇ 13 ਸਾਲ ਦੱਸੀ ਜਾ ਰਹੀ ਸੀ। ਇਸ ਬਾਬਤ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦਿੱਤਾ ਸੀ ਥੋੜੀ ਦੇਰ ਬਾਅਦ ਹੀ, ਜਿਸ ਵਿੱਚ ਕਿਹਾ ਗਿਆ ਕਿ ਬਹੁਤ ਦੁੱਖ ਹੋਇਆ ਇਹ ਖਬਰ ਸੁਣ ਕੇ ਔਰ ਇਸ ਬਾਬਤ NDRF ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ, ਉਹਨਾਂ ਨੂੰ ਹੁਕਮ ਦਿੱਤੇ ਗਏ ਨੇ ਕਿ ਪੂਰੇ ਮਸਲੇ ਦੇ ਵਿੱਚ ਚੇਤਨ ਹੋ ਕੇ ਕੰਮ ਕੀਤਾ ਜਾਵੇ ਔਰ ਹਰ ਬਣਦੀ ਸੰਭਵ ਮਦਦ ਹੈ ਜਿਹੜੀ ਉਹ ਕੀਤੀ ਜਾਵੇ। ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਘਰਾਂ ਦੇ ਚਿਰਾਗ ਬੁਝੇ ਨੇ ਉਹਨਾਂ ਦੇ ਲਈ ਮੁਆਵਜ਼ਾ ਰਾਸ਼ੀ ਹੈ ਜਿਹੜੀ ਇੱਕ ਪ੍ਰਤੀ ਜੀ ਦੇ ਹਿਸਾਬ ਦੇ ਨਾਲ 2 ਲੱਖ ਰੁਪਇਆ ਜਾਰੀ ਕਰਨ ਦੇ ਲਈ ਐਲਾਨ ਕੀਤਾ ਗਿਆ ਤੇ ਜਿਹੜੇ ਇਸ ਤਰਾਸਦੀ ਦੇ ਵਿੱਚ, ਇਸ ਟ੍ਰੈਜਡੀ ਦੇ ਵਿੱਚ ਸ਼ਿਕਾਰ ਹੋਏ ਨੇ, ਹਾਲੇ ਗੰਭੀਰ ਨੇ, ਜੇਰੇ ਇਲਾਜ ਨੇ, ਉਹਨਾਂ ਦੇ ਲਈ 50,000 ਰੁਪਏ ਪ੍ਰਤੀ ਜੀ ਦਾ ਮੁਆਵਜ਼ਾ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਇਸ ਮਸਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਕਿ ਅਸੀਂ 300 ਮੀਟਰ ਦੇ ਕਰੀਬ ਜਿੱਥੇ ਇਹ ਘਟਨਾ ਵਾਪਰੀ ਏਰੀਆ ਉਸ ਦਾ ਸੀਲ ਕਰ ਦਿੱਤਾ ਹੈ। NDRF ਦੀਆਂ ਟੀਮਾਂ ਲੱਗੀਆਂ ਹੋਈਆਂ ਨੇ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਤੋਂ ਜੋ ਹੋ ਸਕਦਾ ਹੈ ਉਹ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਕਿ ਲੋਕਾਂ ਦੀ ਜਾਨ ਹੈ ਜਿਹੜੇ ਬੇਹੋਸ਼ ਹੋਏ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ। ਇਸ ਬਾਰੇ ਵੱਖ-ਵੱਖ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਸਨ, ਜਿਸ ਦੇ ਵਿੱਚ ਸਰਕਾਰ ਵੱਲੋਂ ਵੀ ਤੇ ਬਾਕੀ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਵੀ ਇਸ ਗੱਲ ਦੇ ਉੱਤੇ ਦੁੱਖ ਪ੍ਰਗਟਾਇਆ ਗਿਆ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਦੇ ਲਈ ਮਿਤੀ 4 ਮਈ ਤੈਅ ਕਰ ਦਿੱਤੀ ਗਈ ਹੈ, ਪਰ ਉਦੋਂ ਪਹਿਲਾਂ ਉਸ ਤੋਂ ਕਿਹੜੇ-ਕਿਹੜੇ ਸਿਆਸੀ ਆਗੂ ਬਾਦਲ ਪਿੰਡ ਪਹੁੰਚ ਰਹੇ ਨੇ ਔਰ ਬਾਦਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਖਾਸ ਕਰਕੇ ਅੱਜ ਕਾਂਗਰਸ ਦੇ MP ਤੇ ਸਾਬਕਾ ਪ੍ਰਧਾਨ ਵੀ ਪਹੁੰਚੇ ਉੱਥੇ, ਔਰ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਮਨੀਸ਼ ਤਿਵਾੜੀ, ਇਹਨਾਂ ਨੇ ਉੱਥੇ ਹਾਜ਼ਰੀ ਭਰੀ ਔਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਣੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਨਵਜੋਤ ਸਿੰਘ ਸਿੱਧੂ ਹਾਲਾਂਕਿ ਸਿਆਸੀ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਨੇ, ਪਰ ਉਹਨਾਂ ਨੇ ਇਸ ਘੜੀ ਦੇ ਮੌਕੇ ਬੋਲਦਿਆਂ ਕਿਹਾ, ਪ੍ਰੈਸ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਉਸ ਵਿੱਚ ਕਿਹਾ ਕਿ ਸਾਡੇ ਮਾਤਾ ਪਿਤਾ ਨੇ ਸਮਝਾਇਆ ਕਿ ਜਦੋਂ ਕੋਈ ਇਸ ਸੰਸਾਰ ਤੋਂ ਵਿਛੋੜਾ ਪਾ ਜਾਂਦਾ ਹੈ ਤੇ ਉਸ ਦੇ ਨਾਲ ਜਿੰਨੇ ਗਿਲੇ ਸ਼ਿਕਵੇ ਨੇ ਉਹ ਨਾਲ ਹੀ ਦਫਨ ਕਰ ਦੇਣੇ ਚਾਹੀਦੇ ਨੇ, ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਜਿੰਨੇ ਵੀ ਕੋਈ ਗਿਲੇ ਸ਼ਿਕਵੇ ਨੇ ਜਾਂ ਜਿੰਨੀਆਂ ਕੋਈ ਅਜਿਹੀਆਂ ਗੱਲਾਂ ਨੇ ਵਿਰੋਧਤਾ ਵਾਲੀਆਂ ਉਹਨਾਂ ਨੇ ਉਹਨਾਂ ਦੇ ਨਾਲ ਹੀ ਦਫਨ ਕਰ ਦਿੱਤੀਆਂ ਨੇ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਤੋਂ ਜਿਹੜੀਆਂ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਕੀ ਸਮਝਦੇ ਹੋ, ਕਿਹੜੀ ਯਾਦ ਸਾਂਝੀ ਕਰਨਾ ਚਾਹੋਗੇ, ਤਾਂ ਨਵਜੋਤ ਸਿੰਘ ਸਿੱਧੂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਨਾਲ ਮੈਂ ਤਕਰੀਬਨ ਸੈਂਕੜੇ ਰੈਲੀਆਂ ਨੇ ਜਿਹੜੀਆਂ ਇਕੱਠਿਆਂ ਨੇ ਸੰਬੋਧਨ ਕੀਤੀਆਂ ਨੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੇ ਸਮੇਂ ਜਦੋਂ ਭਾਜਪਾ ਦੇ ਵੱਲੋਂ ਤਕਰੀਰਾਂ ਕਰਦੇ ਸਨ ਨਵਜੋਤ ਸਿੰਘ ਸਿੱਧੂ। ਉਹਨਾਂ ਨੇ ਕਿਹਾ ਕਿ ਇੱਕ ਖਾਸੀਅਤ, ਇੱਕ ਖੂਬੀ ਪ੍ਰਕਾਸ਼ ਸਿੰਘ ਬਾਦਲ ਦੀ ਮੈਨੂੰ ਬਹੁਤ ਜੱਚਦੀ ਸੀ, ਜਿਸ ਵਿੱਚ ਉਹ ਅੰਦਰਲਾ ਭੇਤ ਕਿਸੇ ਨੂੰ ਵੀ ਨਹੀਂ ਸਨ ਦਿੰਦੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਭਾਜੀ ਕਹਿ ਕੇ ਸੰਬੋਧਨ ਕੀਤਾ ਔਰ ਹਰਸਿਮਰਤ ਕੌਰ ਬਾਦਲ ਨੂੰ ਭੈਣ ਜੀ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨਾਲ ਮੈਂ ਜਿਹੜੀ ਗੱਲਬਾਤ ਕਰ ਰਿਹਾ ਸੀ ਉੱਥੇ ਵੀ ਇਹ ਗੱਲਾਂ ਚੱਲੀਆਂ ਕਿ ਉਹ ਕਦੇ ਗੁੱਸੇ ਵਿੱਚ ਨਹੀਂ ਸੀ ਆਉਂਦੇ। ਉਹਨਾਂ ਦੇ ਖਿਲਾਫ ਕੋਈ ਵੀ ਬਿਆਨ ਆਉਂਦਾ ਸੀ ਤੇ ਉਹਨਾਂ ਦੇ ਨੂੰ ਮੈਂ ਗੁੱਸੇ ਵਿੱਚ ਕਦੇ ਨਹੀਂ ਵੇਖਿਆ। ਤੇ ਨਾਲ ਹੀ ਉਹਨਾਂ ਨੇ ਕਈ ਹੋਰ ਯਾਦਾਂ ਸਾਂਝੀਆਂ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਬਹੁਤ ਜ਼ਿਆਦਾ ਸੀ, ਉਹ ਸੁਣਦੇ ਵੱਧ ਤੇ ਬੋਲਦੇ ਘੱਟ ਸੀ। ਔਰ ਇਹਨਾਂ ਗੱਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਔਰ ਬਾਦਲ ਪਿੰਡ ਦੇ ਨਾਲ ਹੋਰ ਜਿਹੜੇ ਸੀਨੀਅਰ ਕਾਂਗਰਸ ਆਗੂ ਪਹੁੰਚੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਉਹ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ, ਜਿਸ ਦਾ 100ਵਾਂ ਐਪੀਸੋਡ ਅੱਜ ਸੰਬੋਧਨ ਕੀਤਾ ਗਿਆ ਰੇਡੀਓ ਦੇ ਜ਼ਰੀਏ, ਜਿਸ ਵਿੱਚ ਦੇਸ਼ਾਂ ਦੇ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਕਈ ਥਾਵਾਂ ਤੇ ਦਾਅਵਾ ਕੀਤਾ ਗਿਆ ਕਿ ਸਕਰੀਨਿੰਗ ਕੀਤੀ ਗਈ, ਚਾਹੇ ਉਹ ਪਹਾੜੀ ਖੇਤਰ ਸੀ ਚਾਹੇ ਮੈਦਾਨੀ ਖੇਤਰ ਸੀ। ਸਕੂਲਾਂ ਦੀ ਗੱਲ ਕਰੀਏ, ਸਕੂਲੀ ਬੱਚਿਆਂ ਦੀ, ਹਰ ਵਰਗ ਦੇ ਲੋਕਾਂ ਨੂੰ ਮਨ ਕੀ ਬਾਤ ਦਾ 100ਵਾਂ ਐਪੀਸੋਡ ਸੁਣਾਉਣ ਦੇ ਲਈ
ਵੱਖ-ਵੱਖ ਥਾਵਾਂ ਤੇ ਦੇਸ਼ ਪੱਧਰ ਦੇ ਵਿੱਚ ਵੀ ਪ੍ਰਬੰਧ ਕੀਤੇ ਗਏ ਸਨ ਭਾਜਪਾ ਪਾਰਟੀ ਦੇ ਵੱਲੋਂ। ਹਾਲਾਂਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੈਕਟਰ 26 ਦੇ ਕਮਿਊਨਿਟੀ ਸੈਂਟਰ ਦੇ ਵਿੱਚ ਵਿਰੋਧ ਵੇਖਣ ਨੂੰ ਵੀ ਮਿਲਿਆ। ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਨੇ ਇਕੱਠੇ ਹੋ ਕੇ ਵਿਰੋਧ ਕਰਨਾ ਸਵੇਰ ਤੋਂ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਨੂੰ ਡਿਟੇਨ ਵੀ ਪੁਲਿਸ ਵੱਲੋਂ ਕੀਤਾ ਗਿਆ। ਉਸ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਆਗੂਆਂ ਦਾ ਜਿਨ੍ਹਾਂ ਨੇ ਵਿਰੋਧ ਕਰ ਰਹੇ ਸੀ ਇੱਕ ਦਲੀਲ ਦਿੱਤੀ ਕਿ ਕਮਿਊਨਿਟੀ ਸੈਂਟਰ ਨੇ ਜਿਹੜੇ ਉਹ ਸਭ ਦੇ ਸਾਂਝੇ ਨੇ ਤੇ ਇੱਥੇ ਕਿਸੇ ਇੱਕ ਪਾਰਟੀ ਦਾ ਏਜੰਡਾ ਨਹੀਂ ਚਲਾਉਣ ਦਿੱਤਾ ਜਾਵੇਗਾ, ਇਸ ਕਰਕੇ ਉਹਨਾਂ ਨੇ ਵਿਰੋਧ ਕੀਤਾ। ਹਾਲਾਂਕਿ ਇਹ ਦੂਜੇ ਪਾਸੇ ਭਾਜਪਾ ਦੇ ਆਗੂਆਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ 100ਵਾਂ ਐਪੀਸੋਡ ਉਹਨਾਂ ਦਾ ਅੱਜ ਜਾਰੀ ਹੋਣਾ ਸੀ ਉਸ ਦੇ ਵਿੱਚ ਉਹ ਕਿਸੇ ਇੱਕ ਪਾਰਟੀ ਦਾ ਪ੍ਰਚਾਰ ਨਹੀਂ ਬਲਕਿ ਸਮੁੱਚੇ ਦੇਸ਼ ਦੀ ਉਹ ਗੱਲ ਕਰਦੇ ਨੇ, ਮਨ ਕੀ ਬਾਤ ਕਰਦੇ ਨੇ। ਇਸ ਮਸਲੇ ਦੇ ਵਿੱਚ ਜਲੰਧਰ ਦੇ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਬਾਕੀ ਵਰਕਰਾਂ ਦੇ ਨਾਲ ਮਿਲ ਕੇ ਮਨ ਕੀ ਬਾਤ ਨਰਿੰਦਰ ਮੋਦੀ ਦੀ ਸੁਣੀ ਔਰ ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਵੀ ਆਈਆਂ ਔਰ ਪੰਜਾਬ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਨੇ ਵੀ ਥਾਂ-ਥਾਂ ਦੇ ਉੱਤੇ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਸਨ ਔਰ ਦਿੱਲੀ ਦੇ ਵਿੱਚ ਵੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਆਗੂ ਮਨਜਿੰਦਰ ਸਿਰਸਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਮਿਲ ਕੇ ਵੀ ਇਹ ਸਾਰੇ ਪ੍ਰਬੰਧ ਕੀਤੇ ਸਨ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਮਨ ਕੀ ਬਾਤ ਪ੍ਰੋਗਰਾਮ ਦੇਸ਼ ਦੇ ਪ੍ਰੋਗਰੈਸ ਦੇ ਲਈ, ਵਿਕਾਸ ਦੇ ਲਈ ਬੇਹੱਦ ਜ਼ਰੂਰੀ ਹੈ। ਜਿੱਥੇ ਹੀ ਮਨ ਕੀ ਬਾਤ ਦੇ ਵਿੱਚ ਸੰਬੋਧਨ ਹੁੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਾਅਵਾ ਕੀਤਾ ਕਿ ਜਿਹੜੀ ਗੱਲ ਮਨ ਕੀ ਬਾਤ ਦੇ ਪ੍ਰੋਗਰਾਮ ਵਿੱਚ ਉਚਾਰੀ ਗਈ ਤਾਂ ਉਹ ਇੱਕ ਅੰਦੋਲਨ ਬਣ ਕੇ ਉਭਰੀ, ਜਿਸ ਦੇ ਵਿੱਚ ਉਹਨਾਂ ਨੇ 2-3 ਖਾਸੀਅਤ ਗਿਣਾ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਹੇ ਉਹ ਖਾਦੀ ਦੇ ਬਾਰੇ ਪ੍ਰੋਗਰਾਮ ਸਨ ਜਾਂ ਫਿਰ ਉਹ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਇੱਕ ਨਾਰਾ ਸੀ, ਉਹ ਵੀ ਇੱਕ ਅੰਦੋਲਨ ਬਣਿਆ। ਹਾਲਾਂਕਿ ਇਸ ਮਸਲੇ ਦੇ ਵਿੱਚ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਕਦੇ ਵੀ ਮਨ ਕੀ ਬਾਤ ਨੂੰ ਲੈ ਕੇ ਹਮੇਸ਼ਾ ਵਿਰੋਧ ਕਰਦੀਆਂ ਰਹੀਆਂ ਨੇ। ਉਹਨਾਂ ਨੇ ਕਿਹਾ ਗਿਲਾ ਸ਼ਿਕਵਾ ਰਹਿੰਦਾ ਬਾਕੀ ਸਿਆਸੀ ਪਾਰਟੀਆਂ ਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮਨ ਕੀ ਬਾਤ ਤਾਂ ਕਰਦੇ ਨੇ ਪਰ ਮਨ ਕੀ ਬਾਤ ਸੁਣਦੇ ਨਹੀਂ। ਹੁਣ ਗੱਲ ਕਰਦੇ ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜੰਤਰ ਮੰਤਰ ਮੈਦਾਨ ਤੇ ਲਗਾਤਾਰ ਪਹਿਲਵਾਨ ਕੌਮਾਂਤਰੀ ਖਿਡਾਰੀ ਡਟੇ ਹੋਏ ਨੇ। ਹਾਲਾਂਕਿ ਉਹਨਾਂ ਦੇ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ WFI ਦੇ ਚੀਫ ਬ੍ਰਿਜ ਭੂਸ਼ਣ ਸਿੰਘ ਭਾਜਪਾ ਦੇ MP ਨੇ ਜਿਹੜੇ ਉਹਨਾਂ ਦੇ ਖਿਲਾਫ 2 FIR ਦਰਜ ਹੋ ਚੁੱਕੀਆਂ ਨੇ। ਲੰਮੇ ਸਮੇਂ ਤੋਂ ਧਰਨਾ ਮੁਜ਼ਾਹਰਾ ਚੱਲ ਰਿਹਾ ਸੀ, ਦਬਾਅ ਬਣਿਆ ਜਿਸ ਦੇ ਵਿੱਚ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਸਮੇਂ-ਸਮੇਂ ਤੇ ਹਾਜ਼ਰੀ ਭਰੀ ਔਰ ਕਾਂਗਰਸ ਦੇ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਜਾ ਕੇ ਉਹਨਾਂ ਕੁੜੀਆਂ ਨੂੰ ਹੱਲਾਸ਼ੇਰੀ ਦਿੱਤੀ ਔਰ ਕਿਹਾ ਕਿ ਉਹ ਉਹਨਾਂ ਦੇ ਨਾਲ ਖੜੇ ਨੇ। ਔਰ ਇੱਥੋਂ ਤੱਕ ਕਿ ਬ੍ਰਿਜ ਭੂਸ਼ਣ ਸਿੰਘ ਦਾ ਜਿਹੜਾ ਹੁਣ ਤੱਕ ਦਾ ਪੱਖ ਸਾਹਮਣੇ ਆਇਆ ਉਸ ਵਿੱਚ ਪਹਿਲਾਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜੇਕਰ ਮੇਰੇ ਖਿਲਾਫ ਦੋਸ਼ ਸੱਚੇ ਸਾਬਤ ਹੁੰਦੇ ਨੇ ਤੇ ਮੈਂ ਫਾਂਸੀ ਤੇ ਲਟਕਣ ਨੂੰ ਤਿਆਰ ਹਾਂ। ਇਸ ਵਾਰ ਜਿਹੜਾ ਉਹਨਾਂ ਨੇ ਤਾਜ਼ਾ ਬਿਆਨ ਦਿੱਤਾ ਬੀਤੇ ਦਿਨਾਂ 'ਚ ਉਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਦੋਸ਼ੀ ਬਣ ਕੇ ਕਦੇ ਵੀ ਅਸਤੀਫਾ ਨਹੀਂ ਦਿਆਂਗਾ, ਮੈਨੂੰ ਅਸਤੀਫਾ ਦੇਣ 'ਚ ਕੋਈ ਝਿਜਕ ਨਹੀਂ, ਕੋਈ ਡਰ ਨਹੀਂ, ਪਰ ਮੈਂ ਦੋਸ਼ੀ ਬਣ ਕੇ ਅਸਤੀਫਾ ਨਹੀਂ ਦਿਆਂਗਾ। ਹਾਲਾਂਕਿ ਇਸ ਮਸਲੇ ਵਿੱਚ ਜਿੱਥੇ ਵੀ ਸੁਪਰੀਮ ਕੋਰਟ ਦੇ ਆਦੇਸ਼ ਦੀ ਹੁਕਮਾਂ ਦੀ ਮੈਂ ਪਾਲਣਾ ਕਰਦਾ, ਦਿੱਲੀ ਪੁਲਿਸ ਮੈਨੂੰ ਜਿੱਥੇ ਵੀ ਸੱਦੇਗੀ ਮੈਂ ਸਹਿਯੋਗ ਦਿਆਂਗਾ, ਪਰ ਇਹ ਅੰਦੋਲਨ ਹੈ ਜਿਹੜਾ ਜਾਂ ਫਿਰ ਪਹਿਲਵਾਨਾਂ ਦੇ ਵੱਲੋਂ ਇੱਕ ਛੋਟਾ ਜਿਹਾ ਸੈਕਸ਼ਨ ਹੈ ਹਰਿਆਣਾ ਦੇ ਕੁਝ ਕੁ ਪਰਿਵਾਰ ਨੇ ਜਿਨ੍ਹਾਂ ਵੱਲੋਂ ਇਹ ਵਿਰੋਧ ਜਾਰੀ ਹੈ। ਹਾਲਾਂਕਿ ਯੂਪੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸਮਾਜਵਾਦੀ ਪਾਰਟੀ ਦੇ ਮੁੱਖ ਆਗੂ ਨੇ ਜਿਹੜੇ ਅਖਿਲੇਸ਼ ਯਾਦਵ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਯੂਪੀ ਦੀ ਸਮਾਜਵਾਦੀ ਪਾਰਟੀ ਵੀ ਔਰ ਭਾਜਪਾ ਦੀ ਲੀਡਰਸ਼ਿਪ ਵੀ ਸਾਰੇ ਜਾਣਦੇ ਨੇ ਕਿ ਨੇਤਾ ਜੀ ਕਿਸ ਤਰ੍ਹਾਂ ਦੇ ਨੇ। ਉਹਨਾਂ ਨੇ ਆਪਣੇ ਬਾਰੇ ਕਿਹਾ, ਆਪਣੀ ਵਡਿਆਈ ਕਰਦਿਆਂ ਹੋਇਆਂ ਇਹ ਗੱਲ ਦਾ ਦਾਅਵਾ ਵੀ ਕੀਤਾ ਕਿ ਮੇਰੇ ਖਿਲਾਫ ਜਿੰਨੇ ਹੁਣ ਤੱਕ ਦੋਸ਼ ਲੱਗੇ ਨੇ ਬੇਬੁਨਿਆਦ ਨੇ। ਹਾਲਾਂਕਿ 7 ਮੈਂਬਰੀ ਮਹਿਲਾ ਉੱਚ ਅਫਸਰਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ, ਕਿਉਂਕਿ ਉਹਨਾਂ ਤੇ ਸਰੀਰਕ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ, ਇਸ ਨੂੰ ਲੈ ਕੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਜਿਹੜੇ ਟੂਰਨਾਮੈਂਟ ਹੁੰਦੇ ਰਹੇ ਜਾਂ ਜਿਹੜੀਆਂ ਗਤੀਵਿਧੀਆਂ ਖੇਡਾਂ ਦੀਆਂ ਹੁੰਦੀਆਂ ਰਹੀਆਂ, ਭਲਵਾਨਾਂ ਦੀਆਂ ਕੁਸ਼ਤੀ ਦੇ ਅਖਾੜੇ ਹੁੰਦੇ ਰਹੇ, ਉੱਥੇ ਜਿਹੜਾ ਇਹ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਨੇ। ਉਹ ਜਿਹੜੇ ਮਹਿਲਾ ਅਫਸਰਾਂ ਦੀ ਡਿਊਟੀ ਲੱਗੀ ਆ, ਕਦੋਂ ਤੱਕ ਰਿਪੋਰਟ ਆਪਣੀ ਉਹ ਤਿਆਰ ਕਰਦੇ ਨੇ, ਉਸ ਵਿੱਚ ਕੀ ਪਾਇਆ ਜਾਂਦਾ, ਕਿੰਨੇ ਦੋਸ਼ੀ ਬ੍ਰਿਜ ਭੂਸ਼ਣ ਸਿੰਘ ਪਾਏ ਜਾਂਦੇ ਨੇ। ਹਾਲਾਂਕਿ ਜਿਹੜੇ ਦੇਸ਼ ਦੇ ਪਹਿਲਵਾਨ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਉਦੋਂ ਤੱਕ ਉਹ ਧਰਨਾ ਖਤਮ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਉਹਨਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ WFI ਦੇ ਚੀਫ ਵਜੋਂ, ਔਰ ਨਾਲ ਹੀ ਉਹਨਾਂ ਨੂੰ ਜਦੋਂ ਤੱਕ ਜੇਲ੍ਹ ਵਿੱਚ ਨਹੀਂ ਡੱਕਿਆ ਜਾਂਦਾ ਉਦੋਂ ਤੱਕ ਅਸੀਂ ਆਪਣਾ ਜੰਤਰ ਮੰਤਰ ਵਿਖੇ ਚੱਲ ਰਿਹਾ ਪ੍ਰਦਰਸ਼ਨ ਜਾਰੀ ਰੱਖਾਂਗੇ। ਇਸ ਮਸਲੇ ਵਿੱਚ ਸਾਬਕਾ ਰਾਜਪਾਲ सत्यपाल मलिक की बोले ने वो भी सुनो। FIR कोई चीज़ नहीं होती, वो तो कोई भी लिखा सकता है, लेकिन FIR नहीं लिखी जा रही थी। इससे साबित हो रहा है कि कौन फोर्सेज हैं जिनसे पहलवानों की लड़ाई है। तो जब तक उस आदमी को पद से नहीं हटा चुके, वो अभी इनका नुकसान कर सकता है, पद से नहीं हटाया जाता और गिरफ्तारी नहीं होती, तब तक इनको अपना रिकंसिडर नहीं करना चाहिए।
और हम सब इनके साथ हैं, देश इनके साथ है। ਪੰਜਾਬ ਦੇ ਵਿੱਚ 29 ਮਈ ਪਿਛਲੇ ਸਾਲ ਇੱਕ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਹਾਲਾਂਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਿੰਨੇ ਲੋਕ ਨਾਮਜ਼ਦ ਕੀਤੇ ਸੀ, ਚਲਾਨ ਪੇਸ਼ ਹੋਇਆ, ਉਹਨਾਂ ਵਿੱਚੋਂ ਤਕਰੀਬਨ ਅਸੀਂ ਫੜ ਚੁੱਕੇ ਹਾਂ, ਜੇਲ੍ਹਾਂ ਦੇ ਵਿੱਚ ਡੱਕ ਚੁੱਕੇ ਹਾਂ ਔਰ ਉਹਨਾਂ ਦੇ ਵਿੱਚੋਂ ਜਿਹੜਾ 2 ਦਾ ਇਨਕਾਊਂਟਰ ਵੀ ਹੋ ਚੁੱਕਿਆ ਹੈ। ਪਰ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਵਰਗੇ ਨਾਮਜ਼ਦ ਜਿਹੜੇ ਨਾਮ ਨੇ ਉਹ ਹਾਲੇ ਬਾਹਰ ਨੇ ਤੇ ਰੈੱਡ ਕਾਰਨਰ ਨੋਟਿਸ ਉਹਨਾਂ ਦੇ ਜਾਰੀ ਨੇ ਔਰ ਕੇਂਦਰ ਸਰਕਾਰ ਦੇ ਜ਼ਰੀਏ ਉਹਨਾਂ ਨੂੰ ਛੇਤੀ ਇੱਥੇ ਲਿਆਂਦਾ ਜਾਵੇਗਾ, ਇਸ ਗੱਲ ਦੇ ਦਾਅਵੇ ਹੋ ਚੁੱਕੇ ਨੇ। ਪਰ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਮਾਪੇ ਲਗਾਤਾਰ ਹਰ ਐਤਵਾਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਹੁੰਦੇ ਨੇ, ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਜ਼ਰੀਏ ਵੀਡੀਓ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਇੱਕੋ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਮੁੱਖ ਦੋਸ਼ੀ ਨੇ, ਮਾਸਟਰਮਾਈਂਡ ਨੇ, ਉਹਨਾਂ ਨੂੰ ਕਦੋਂ ਤੱਕ ਫੜਿਆ ਜਾਵੇਗਾ। ਸਿੱਧੂ ਮੂਸੇਵਾਲੇ ਦੇ ਮਾਪੇ ਜਿਸ ਦੇ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵਾਰ-ਵਾਰ ਦੁਹਾਈ ਦਿੰਦੇ ਨੇ ਆਪਣੇ ਪੁੱਤਰ ਦੀ ਕਿ ਸਾਡੀ ਕੁੱਖ ਉਜਾੜੀ ਗਈ ਹੈ, ਇਸ ਦਾ ਇਨਸਾਫ ਸਾਨੂੰ ਕਦੋਂ ਮਿਲੇਗਾ। ਕੈਂਡਲ ਮਾਰਚ ਕੱਢੇ ਗਏ, ਅੱਜ ਵੀ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਬੇਅਦਬੀ ਦੀ ਤਾਜ਼ਾ ਮਰਿੰਡਾ ਦੇ ਵਿੱਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਕਿਸੇ ਵੀ ਸ਼ਰਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਇਸ ਮਸਲੇ ਤੇ ਸੁਹਿਰਦ ਹੋਣ ਦੀ ਲੋੜ ਹੈ। ਤੇ ਨਾਲ ਹੀ ਉਹ ਹਮੇਸ਼ਾ ਹੀ ਜਦੋਂ ਸੰਬੋਧਨ ਹੁੰਦੇ ਨੇ ਤੇ ਪੰਜਾਬ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਤੇ ਅੱਜ ਵੀ ਸਵਾਲ ਖੜੇ ਕੀਤੇ ਗਏ ਜਿਸ ਵਿੱਚ ਉਹਨਾਂ ਨੇ ਸੰਬੋਧਨ ਕਰਦਿਆਂ ਇਹ ਕਿਹਾ ਕਿ ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕੀਤੀ ਉਹਨਾਂ ਦੇ ਲਈ ਉਹ ਹਮੇਸ਼ਾ ਬੋਲਦੇ ਰਹੇ। ਵਿਧਾਨ ਸਭਾ ਦੇ ਵਿੱਚ ਵੀ ਉਹ ਧਰਨਾ ਮੁਜ਼ਾਹਰਾ ਕਰ ਚੁੱਕੇ ਨੇ ਸਿੰਬੋਲਿਕ ਤੌਰ ਦੇ ਉੱਤੇ ਔਰ ਜਦੋਂ ਇੱਕ ਬਰਸੀ ਪਹਿਲੇ ਸਾਲ ਮਨਾਈ ਗਈ ਕੁਝ ਸਮਾਂ ਪਹਿਲਾਂ ਹੀ 29 ਮਈ ਤੋਂ, ਤਾਂ ਉਸ ਵਿੱਚ ਵੀ ਉਹਨਾਂ ਵੱਲੋਂ ਕਾਫੀ ਜਿਹੜਾ ਤਿੱਖੇ ਸ਼ਬਦਾਂ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਵਿਰੋਧ ਹੈ ਜਿਹੜਾ ਜਤਾਇਆ ਗਿਆ। ਇੱਕ ਖਬਰ ਜੁੜੀ ਹੈ ਖੇਡ ਜਗਤ ਦੇ ਨਾਲ। ਪੰਜਾਬ ਦੇ ਵਿੱਚ ਰਗਬੀ ਫੁੱਟਬਾਲ ਨੂੰ ਪ੍ਰਫੁੱਲਤ ਕਰਨ ਦੇ ਲਈ ਇੱਕ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਕਿਸ ਨਾਲ ਹੋਈ ਹੈ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤਹਿਰ ਨੇ ਬਿਆਨ ਜੋ ਸਾਂਝਾ ਕੀਤਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਖੇਡ ਮੰਤਰੀ ਨੇ ਰਾਹੁਲ ਬੋਸ ਨਾਲ ਰਗਬੀ ਖੇਡ ਨੂੰ ਪੰਜਾਬ ਵਿੱਚ ਉਤਸ਼ਾਹਿਤ ਕਰਨ ਦੀਆਂ ਵਿਚਾਰਾਂ ਕੀਤੀਆਂ ਨੇ। ਖੇਡ ਵਤਨ ਪੰਜਾਬ ਦੀਆਂ ਵਿੱਚ ਹੋਣਗੇ ਰਗਬੀ ਦੇ ਮੁਕਾਬਲੇ। ਇਸ ਤੋਂ ਪਹਿਲਾਂ ਪੰਜਾਬ ਵਿੱਚ ਜਲਦੀ ਹੀ ਰਗਬੀ ਦਾ ਇੱਕ ਮੁਕਾਬਲਾ ਕਰਵਾਇਆ ਜਾਵੇਗਾ। ਰਾਹੁਲ ਬੋਸ ਨੇ ਕਿਹਾ ਪੰਜਾਬ ਸਰਕਾਰ ਸੂਬੇ ਵਿੱਚ ਰਗਬੀ ਖੇਡ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਦਮ ਚੁੱਕਦਿਆਂ ਇਸ ਸਾਲ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰਗਬੀ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹਿਰ ਨੇ ਆਪਣੀ ਸਰਕਾਰੀ ਰਹਾਇਸ਼ ਵਿਖੇ ਇੰਡੀਅਨ ਰਗਬੀ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨਾਲ ਮੀਟਿੰਗ ਦੇ ਦੌਰਾਨ ਕਹੀ। ਰਾਹੁਲ ਬੋਸ ਜੋ ਸਾਬਕਾ ਕੌਮਾਂਤਰੀ ਰਗਬੀ ਖਿਡਾਰੀ ਤੇ ਫਿਲਮੀ ਅਦਾਕਾਰ ਤੇ ਨਿਰਦੇਸ਼ਕ ਹਨ, ਨਾਲ ਰਗਬੀ ਖੇਡ ਨੂੰ ਪੰਜਾਬ ਵਿੱਚ ਉਤਸ਼ਾਹਿਤ ਕਰਨ ਲਈ ਕੀਤੀਆਂ ਵਿਚਾਰਾਂ ਦੌਰਾਨ ਮੀਤਹਿਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿੱਚ ਪੰਜਾਬ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਲਈ ਨਿਰੰਤਰ ਯਤਨ ਕਰ ਰਿਹਾ ਹੈ। ਪਹਿਲੀ ਵਾਰ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ 30 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਤੇ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਾਰ ਰਗਬੀ ਖੇਡ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੀਤਹਿਰ ਨੇ ਇਹ ਵੀ ਕਿਹਾ ਕਿ ਰਗਬੀ ਖੇਡ ਐਥਲੈਟਿਕਸ, ਕਬੱਡੀ, ਫੁੱਟਬਾਲ ਤੇ ਹੈਂਡਬਾਲ ਖੇਡ ਦੇ ਸੁਮੇਲ ਵਾਲੀ ਹੈ ਜਿਹੜੀ ਕਿ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਹੈ। ਇਸ ਖੇਡ ਵਿੱਚ ਪੰਜਾਬੀਆਂ ਦੇ ਬਿਹਤਰ ਪ੍ਰਦਰਸ਼ਨ ਕਰਨ ਦੀ ਪੂਰੀ ਸੰਭਾਵਨਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਰਗਬੀ 7 ਇਸ ਖੇਡ ਦਾ ਛੋਟਾ ਰੂਪ ਹੈ ਜੋ ਓਲੰਪਿਕ, ਏਸ਼ੀਆਈ, ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਹੈ। ਇਸ ਲਈ ਖੇਡ ਦੇ ਇਸ ਰੂਪ ਨੂੰ ਪੰਜਾਬ ਵਿੱਚ ਮਕਬੂਲ ਕਰਨ ਲਈ ਉਪਰਾਲੇ ਕੀਤੇ ਜਾਣਗੇ। ਰਾਹੁਲ ਬੋਸ ਜਿਹੜੇ ਪ੍ਰਧਾਨ ਨੇ ਇਸ ਰਗਬੀ ਐਸੋਸੀਏਸ਼ਨ ਦੇ, ਉਹਨਾਂ ਨੇ ਕਿਹਾ ਕਿ ਰਗਬੀ ਖੇਡ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿਖਾਈ। ਵਿਸ਼ਵ ਵਿੱਚ ਫੁੱਟਬਾਲ, ਬਾਸਕਟਬਾਲ ਆਦਿ ਖੇਡਾਂ ਮੁਕਾਬਲੇ ਬਾਜੀ ਜਿਹੜੀ ਰਗਬੀ ਖੇਡ ਬਾਰੇ ਜਾਣਕਾਰੀ ਉਹਨਾਂ ਨੇ ਦਿੰਦਿਆਂ ਅੱਗੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਬਹੁਤ ਤੇਜ਼ੀ ਨਾਲ ਇਸ ਖੇਡ ਦਾ ਦਾਇਰਾ ਵੱਧ ਰਿਹਾ ਹੈ। ਓਲੰਪਿਕ, ਏਸ਼ੀਆਈ, ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਹੋਣ ਕਰਕੇ ਹੁਣ ਇਹ ਖੇਡ ਮੈਡਲ ਵਾਲੀ ਖੇਡ ਬਣ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਇਹ ਖੇਡ ਪਿਛਲੇ ਕੁਝ ਅਰਸੇ ਤੋਂ ਕਾਫੀ ਖੇਡੀ ਜਾਣ ਲੱਗੀ ਹੈ ਕਿਉਂਕਿ ਪੰਜਾਬ ਵਿੱਚ ਇਸ ਖੇਡ ਲਈ ਲੋੜੀਂਦੇ ਗੁਣ ਖਿਡਾਰੀਆਂ ਵਿੱਚ ਪਾਏ ਜਾਂਦੇ ਨੇ। ਪੰਜਾਬ ਦੇ ਖੇਡ ਮੰਤਰੀ ਦੀ ਮੰਗ ਉੱਤੇ ਰਾਹੁਲ ਬੋਸ ਨੇ ਜਲਦ ਹੀ ਸੂਬੇ ਵਿੱਚ ਰਗਬੀ 7 ਦਾ ਇਨਵੀਟੇਸ਼ਨ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਤੇ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ ਤੇ ਇਸ ਬਾਰੇ ਫੈਸਲਾ ਲਿਆ ਗਿਆ ਕਿ ਹੁਣ ਖੇਡਾਂ ਦੇ ਕਲਚਰ ਨੂੰ ਮੁੜ ਪ੍ਰਫੁੱਲਤ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿਵੇਂ ਨੇੜੇ ਆ ਰਹੀ ਹੈ ਉਸੇ ਢੰਗ ਦੇ ਨਾਲ ਪ੍ਰਚਾਰ ਦੇ ਦੌਰਾਨ ਕਾਫੀ ਤਲਖੀਆਂ, ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਵੀ ਸੁਣਨ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਵੱਡੇ ਬਿਆਨ ਦਾਗੇ ਜਾ ਰਹੇ ਨੇ। ਇਸੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉੱਤੇ। ਉਹਨਾਂ ਨੇ ਇੱਕ ਟਵੀਟ ਦੇ ਜ਼ਰੀਏ ਗੱਲ ਕਹਿੰਦਿਆਂ ਆਪਣੀ ਗੱਲ ਰੱਖੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਅਜਿਹੀ ਰਾਜਨੀਤਿਕ ਪਾਰਟੀ ਜਿਸ ਉੱਪਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗਦੇ ਨੇ, ਉਸ ਪਾਰਟੀ ਦੇ ਹੱਕ 'ਚ ਐਸਜੀਪੀਸੀ ਦੇ ਪ੍ਰਧਾਨ ਦੁਆਰਾ ਵੋਟਾਂ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ? ਕੀ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ? ਇਹ ਸਵਾਲ ਦੇ ਰੂਪ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਸਿੱਧਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਏ ਬਿਨਾਂ ਹੀ ਉਹਨਾਂ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ ਘੇਰ ਲਿਆ, ਸ਼ਬਦੀ ਹਮਲਾ ਕੀਤਾ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗ ਰਹੇ ਹੋਣ ਤੇ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗਣ ਦਾ ਕੰਮ ਐਸਜੀਪੀਸੀ ਦੇ ਪ੍ਰਧਾਨ ਕਰਨ, ਇਹ ਗੱਲ ਠੀਕ ਨਹੀਂ। ਇਸ ਗੱਲ ਦਾ ਇਸ਼ਾਰਾ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ। ਹਾਲਾਂਕਿ ਇਸੇ ਸਰਕਾਰ ਦੇ ਦੌਰਾਨ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ, ਜਿਹੜੇ ਕਿ ਦੂਜੀ ਵਾਰ ਚੋਣ ਦੇ ਜ਼ਰੀਏ ਪ੍ਰਧਾਨ ਬਣੇ ਨੇ ਐਸਜੀਪੀਸੀ ਦੇ, ਉਹ ਇਸ ਸਰਕਾਰ ਦੇ ਦੌਰਾਨ ਵੀ ਬਿਆਨ ਦੇ ਚੁੱਕੇ ਸਨ ਜਦੋਂ ਇੱਕ ਵਾਰੀ ਇਹ ਹੁਕਮ ਆਇਆ ਕਿ ਹੁਣ ਇਸ ਦੀ ਜਿਹੜੀ ਜਾਂਚ ਹੈ ਰਹਿੰਦੀ ਉਹ ਕੇਂਦਰ ਦੇ ਵਿੱਚ ਕਰਵਾਈ ਜਾਵੇਗੀ, ਬਾਹਰੋਂ ਕਰਵਾਈ ਜਾਵੇਗੀ, ਸੀਬੀਆਈ ਤੋਂ ਕਰਵਾਈ ਜਾਵੇਗੀ। ਤਾਂ ਉਦੋਂ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਸੀ ਕਿ ਬੜਾ ਮੰਦਭਾਗਾ ਹੈ ਕਿ ਪੰਜਾਬ ਦੇ ਵਿੱਚ ਹੋਏ ਬੇਅਦਬੀ ਮਾਮਲਿਆਂ ਦੀ ਜਾਂਚ ਸੂਬੇ ਤੋਂ ਬਾਹਰ ਜਾ ਰਹੀ ਹੈ, ਜਾਂਚ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਤਾਂ ਉਸ ਤੋਂ ਬਾਅਦ ਲੰਮੇ ਸਮੇਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਨੂੰ ਹੀ ਜਵਾਬ ਮਿਲਦਾ ਨਜ਼ਰ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਖੜੇ ਕੀਤੇ ਨੇ, ਕਿਉਂਕਿ ਵੋਟ ਬੈਂਕ ਨੂੰ ਇਕੱਠਾ ਕਰਨ ਦੇ ਲਈ ਹਰ ਸੰਭਵ ਯਤਨ ਹਰੇਕ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਤੇ ਇਸ ਮਸਲੇ ਤੇ ਹੁਣ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਘੇਰਾ ਪਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਜਿਸ ਵਿੱਚ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਟੰਬਦਿਆਂ ਹੋਇਆਂ ਇਹ ਬਿਆਨ ਦੇ ਦਿੱਤਾ ਹੈ ਕਿ ਕੀ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਿ ਉਸ ਪਾਰਟੀ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਐਸਜੀਪੀਸੀ ਵੱਲੋਂ, ਐਸਜੀਪੀਸੀ ਦੇ ਪ੍ਰਧਾਨ ਵੱਲੋਂ, ਕਿ ਜਿਨ੍ਹਾਂ ਦੇ ਉੱਤੇ ਬੇਅਦਬੀ ਕਰਨ ਦੇ ਇਲਜ਼ਾਮ ਲੱਗਦੇ ਨੇ। ਫਿਲਹਾਲ ਅੱਜ ਦੇ ਇਸ ABC ਬੁਲੇਟਿਨ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਬਣੇ ਰਹੋ ਲਗਾਤਾਰ ABC ਪੰਜਾਬ ਦੇ ਨਾਲ।